ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਕਰਨ ਜਾ ਰਹੇ ਹਾਂ ਤੁਹਾਡੀ 10ਵੀਂ ਜਮਾਤ ਦਾ ਪਾਠ ਤੀਸਰਾ ਅਰਥ ਸ਼ਾਸਤਰ ਦਾ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਅੱਜ ਅਸੀਂ ਇਸ ਪਾਠ ਦਾ ਭਾਗ ਦੂਸਰਾ ਪੜ੍ਹਾਂਗੇ। ਇਸ ਭਾਗ ਦੇ ਵਿੱਚ ਅਸੀਂ ਪੜ੍ਹਾਂਗੇ ਭਾਰਤ ਵਿੱਚ ਖੇਤੀ ਦੀਆਂ ਮੁੱਖ ਸਮੱਸਿਆਵਾਂ। ਭਾਰਤੀ ਖੇਤੀ ਕਾਫੀ ਪਛੜੀ ਹੋਈ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਹਨ। ਜਿਹੜੀਆਂ ਭਾਰਤੀ ਖੇਤੀ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਅਸੀਂ 3 ਭਾਗਾਂ ਵਿੱਚ ਵੰਡਦੇ ਹਾਂ। ਫਸਟ ਹੈ ਮਨੁੱਖੀ ਸਮੱਸਿਆਵਾਂ, ਸੰਸਥਾਗਤ ਸਮੱਸਿਆਵਾਂ ਅਤੇ ਤਕਨੀਕੀ ਸਮੱਸਿਆਵਾਂ। ਪਿਆਰੇ ਬੱਚਿਓ, ਹੁਣ ਆਪਾਂ ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਇਹਨਾਂ ਸਮੱਸਿਆਵਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਮਨੁੱਖੀ ਸਮੱਸਿਆਵਾਂ। ਮਨੁੱਖੀ ਸਮੱਸਿਆਵਾਂ ਦੇ ਵਿੱਚ ਅਸੀਂ ਪੜ੍ਹਾਂਗੇ ਸਭ ਤੋਂ ਪਹਿਲਾਂ ਭੂਮੀ ਉੱਤੇ ਜਨਸੰਖਿਆ ਦਾ ਦਬਾਅ। ਭਾਰਤੀ ਖੇਤੀ ਦੇ ਪਛੜੇਪਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਸਾਡੇ ਦੇਸ਼ ਦੇ ਜਿਹੜੇ ਜ਼ਿਆਦਾਤਰ ਲੋਕ ਨੇ ਉਹ ਖੇਤੀ ਉੱਪਰ ਨਿਰਭਰ ਕਰਦੇ ਹਨ ਅਤੇ ਦਿਨ ਬ ਦਿਨ ਸਾਡੀ ਜਿਹੜੀ ਜਨਸੰਖਿਆ ਹੈ ਉਹ ਵੱਧਦੀ ਜਾ ਰਹੀ ਹੈ। ਰਹਿਣ ਲਈ ਧਰਤੀ ਸਾਡੇ ਕੋਲ ਓਨੀ ਹੈ, ਜਨਸੰਖਿਆ ਵੱਧ ਰਹੀ ਹੈ। ਭਾਵ ਉਸਦਾ ਅਰਥ ਕੀ ਹੈ ਕਿ ਜੋ ਸਾਡੀ ਭੂਮੀ ਦੇ ਉੱਪਰ ਹੈ ਉਹ ਜਨਸੰਖਿਆ ਦਾ ਦਬਾਅ ਵੱਧ ਗਿਆ ਹੈ, ਜਿਸ ਦੇ ਕਾਰਨ ਬਹੁਤ ਜ਼ਿਆਦਾ ਸਮੱਸਿਆ ਪੈਦਾ ਹੋਊਗੀ ਅਤੇ ਇਹਦੇ ਨਾਲ ਹੀ ਛੁਪੀ ਹੋਈ ਬੇਰੁਜ਼ਗਾਰੀ ਵੀ ਵੱਧ ਰਹੀ ਹੈ। ਸੈਕਿੰਡ ਹੈ ਸਾਡੇ ਕੋਲ ਸਮਾਜਿਕ ਵਾਤਾਵਰਨ। ਭਾਰਤ ਦੇ ਪਿੰਡਾਂ ਦਾ ਵਾਤਾਵਰਨ ਵੀ ਖੇਤੀ ਵਿਕਾਸ ਦੇ ਲਈ ਜ਼ਿਆਦਾ ਅੱਛਾ ਨਹੀਂ ਹੈ। ਭਾਰਤੀ ਕਿਸਾਨ ਅਨਪੜ੍ਹ ਹਨ, ਇਸੇ ਕਰਕੇ ਉਹ ਖੇਤੀ ਦੀਆਂ ਨਵੀਆਂ ਤਕਨੀਕਾਂ ਦਾ ਗਿਆਨ ਆਸਾਨੀ ਨਾਲ ਹਾਸਲ ਨਹੀਂ ਕਰ ਸਕਦੇ। ਭਾਰਤੀ ਕਿਸਾਨ ਕਿਸਮਤਵਾਦੀ, ਰੂੜੀਵਾਦੀ ਜਾਂ ਅੰਧ ਵਿਸ਼ਵਾਸੀ ਵੀ ਹਨ। ਉਹ ਜਾਤ ਪ੍ਰਥਾ ਦੇ ਬੰਧਨਾਂ ਵਿੱਚ ਵੀ ਬੰਧੇ ਹੋਏ ਹਨ। ਇਸੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਭਾਰਤੀ ਪਿੰਡਾਂ ਦਾ ਇਹ ਸਮਾਜਿਕ ਵਾਤਾਵਰਨ ਵੀ ਹੈ ਉਹ ਵੀ ਖੇਤੀ ਵਿਕਾਸ ਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਹੈ। ਮਨੁੱਖੀ ਸਮੱਸਿਆਵਾਂ ਤੋਂ ਬਾਅਦ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ ਸੰਸਥਾਗਤ ਸਮੱਸਿਆਵਾਂ ਦੇ ਬਾਰੇ ਵਿੱਚ, ਜਿਸ ਨੂੰ ਅਸੀਂ ਇੰਸਟੀਟਿਊਸ਼ਨਲ ਪ੍ਰੋਬਲਮ ਵੀ ਕਹਿੰਦੇ ਹਾਂ। ਇਹਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਹੈ ਖੇਤਾਂ ਦਾ ਛੋਟਾ ਆਕਾਰ। ਪਿਆਰੇ ਬੱਚਿਓ, ਭਾਰਤ ਦੇ ਖੇਤ ਸਿਰਫ ਛੋਟੇ ਹੀ ਨਹੀਂ ਬਲਕਿ ਉਹ ਛੋਟੇ ਛੋਟੇ ਹਿੱਸਿਆਂ ਵਿੱਚ ਵੰਡੇ ਹੋਏ ਨੇ। ਜਿਹੜਾ ਇੱਕ ਕਿਸਾਨ ਹੈ ਉਹਦਾ ਖੇਤ ਇੱਕ ਜਗ੍ਹਾ 'ਤੇ ਹੀ ਨਹੀਂ ਹੈਗੇ। ਕੋਈ ਖੇਤ ਕਿਹੜੀ ਜਗ੍ਹਾ 'ਤੇ ਹੈ ਅਤੇ ਦੂਸਰਾ ਖੇਤ ਉਹਦਾ ਦੂਸਰੀ ਜਗ੍ਹਾ 'ਤੇ ਹੋਏਗਾ, ਜਿਹਦੇ ਕਰਕੇ ਕੀ ਹੁੰਦਾ ਹੈਗਾ ਵੀ ਖੇਤਾਂ ਦਾ ਆਕਾਰ ਵੀ ਛੋਟਾ ਹੈ ਅਤੇ ਇੱਕੋ ਥਾਂ 'ਤੇ ਵੀ ਨਹੀਂ ਹੈਗੇ। ਇਸੇ ਕਰਕੇ ਉਹਨਾਂ ਦੇ ਉੱਪਰ ਵਿਗਿਆਨਿਕ ਢੰਗ ਨਾਲ ਖੇਤੀ ਵੀ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਹਦੇ ਨਾਲ ਹੀ ਜਿਹੜੇ ਪਸ਼ੂ ਹੈ, ਔਜ਼ਾਰ ਹੈ ਜਾਂ ਸਿੰਚਾਈ ਦੇ ਸਾਧਨ ਵੀ ਬੇਕਾਰ ਹੋ ਜਾਂਦੇ ਹਨ। ਅਤੇ ਅਗਲਾ ਜਿਹੜਾ ਪੁਆਇੰਟ ਹੈ ਸਾਡੇ ਕੋਲ ਉਹ ਹੈ ਭੂ ਸਵਾਮੀ ਪ੍ਰਣਾਲੀ। ਭਾਵ ਸਵਾਮੀ ਮਤਲਬ ਮਾਲਕ। ਖੇਤੀ ਦੇ ਪਛੜੇਪਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਜ਼ਿਮੀਂਦਾਰੀ ਪ੍ਰਥਾ, ਜਿਹੜੀ ਕਿ ਸਾਡੇ ਇਤਿਹਾਸ ਵਿੱਚ ਚਲਦੀ ਆ ਰਹੀ ਸੀ, ਆਜ਼ਾਦੀ ਤੋਂ ਪਹਿਲਾਂ ਤੋਂ ਹੀ ਚਲਦੀ ਆ ਰਹੀ ਸੀ। ਸ਼ਾਇਦ ਇਹਨੂੰ ਖਤਮ ਤਾਂ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਜਿਹੜੇ ਖੇਤੀ ਕਰਨ ਵਾਲੇ ਮਜ਼ਦੂਰ ਤੁਸੀਂ ਕਹਿ ਸਕਦੇ ਹੈਗੇ ਹੋ ਉਹਨਾਂ ਦੀ ਹਾਲਤ ਹਲੇ ਵੀ ਸਹੀ ਨਹੀਂ ਹੈ। ਜਿਹੜੇ ਖੇਤੀ ਦੇ ਮਾਲਕ ਹੁੰਦੇ ਨੇ, ਜ਼ਮੀਨ ਦੇ ਮਾਲਕ ਨੇ, ਉਹ ਅੱਜ ਵੀ ਆਪਣੀ ਮਨਮਰਜ਼ੀ ਕਰਦੇ ਹਨ। ਜਿਹੜੇ ਮਜ਼ਦੂਰ ਨੂੰ ਜਾਂ ਸੀਰੀ ਕਹਿ ਲਓ ਉਹਨੂੰ ਰੱਖਣਾ ਹੈ ਆਪਣੀ ਮਰਜ਼ੀ ਨਾਲ ਹੀ ਰੱਖਦੇ ਹਨ ਅਤੇ ਆਪਣੀ ਮਰਜ਼ੀ ਨਾਲ ਹੀ ਉਹਨੂੰ ਕੱਟ ਦਿੰਦੇ ਹਨ। ਉਸ ਤੋਂ ਅੱਗੇ ਸਾਡੇ ਕੋਲ ਜਿਹੜੀ ਸਮੱਸਿਆ ਹੈ ਉਹ ਹੈ ਤਕਨੀਕੀ ਸਮੱਸਿਆਵਾਂ। ਤਕਨੀਕੀ ਸਮੱਸਿਆਵਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਸਾਡੇ ਕੋਲ ਹੈ ਸਿੰਚਾਈ ਦੀਆਂ ਘੱਟ ਸਹੂਲਤਾਂ। ਭਾਰਤ ਦੀ ਖੇਤੀ ਪਾਣੀ ਲਈ ਜ਼ਿਆਦਾਤਰ ਵਰਖਾ 'ਤੇ ਨਿਰਭਰ ਕਰਦੀ ਹੈ ਅਤੇ ਵਰਖਾ ਨਿਸ਼ਚਿਤ ਸਮੇਂ 'ਤੇ ਨਾ ਹੋਣ ਕਰਕੇ ਜਿਹੜਾ ਖੇਤੀ ਦਾ ਉਤਪਾਦਨ ਹੈ ਉਹ ਵੀ ਅਨਿਸ਼ਚਿਤ ਹੋ ਜਾਂਦਾ ਹੈ। ਇਸੇ ਕਰਕੇ ਭਾਰਤੀ ਖੇਤੀ ਨੂੰ ਅਸੀਂ ਕੀ ਕਹਿੰਦੇ ਹਾਂ, ਮੌਨਸੂਨ ਦਾ ਜੂਆ। ਸਿੰਚਾਈ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਜਿਹੜੇ ਕਿਸਾਨ ਹੈ ਉਹ ਸਾਲ ਸਿਰਫ ਇੱਕ ਹੀ ਫਸਲ ਪੈਦਾ ਕਰ ਸਕਦੇ ਹਨ। ਅਗਲਾ ਸਾਡੇ ਕੋਲ ਪੁਆਇੰਟ ਹੈ ਪੁਰਾਣੇ ਖੇਤੀ ਦੇ ਔਜ਼ਾਰ। ਭਾਰਤੀ ਖੇਤੀ ਵਿੱਚ ਅਜੇ ਤੱਕ ਵੀ ਪੁਰਾਣੇ ਖੇਤੀ ਔਜ਼ਾਰਾਂ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਇਸ ਵਿਗਿਆਨਿਕ ਯੁੱਗ ਦੇ ਵਿੱਚ ਵੀ ਭਾਰਤ ਦੇ ਜਿਹੜੇ ਕਿਸਾਨ ਹੈ ਉਹ ਔਜ਼ਾਰਾਂ ਦੇ ਰੂਪ ਦੇ ਵਿੱਚ ਲੱਕੜ ਦੇ ਹਲ, ਪਟੇਲਾਂ, ਕਈ, ਦਾਤਰੀ ਦਾ ਹੀ ਪ੍ਰਯੋਗ ਕਰ ਰਹੇ ਨੇ। ਟਰੈਕਟਰ ਅਤੇ ਹੋਰ ਜਿਹੜੀਆਂ ਵੱਡੀਆਂ ਮਸ਼ੀਨਾਂ ਉਹਨਾਂ ਦਾ ਪ੍ਰਯੋਗ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦਾ, ਜਿਹਦੇ ਕਰਕੇ ਕੀ ਹੈ ਉਤਪਾਦਨ ਵੀ ਘੱਟ ਜਾਂਦਾ ਹੈ। ਨੈਕਸਟ ਹੈ ਕਾਸ਼ਤ ਕਰਨ ਦੇ ਪੁਰਾਣੇ ਤਰੀਕੇ। ਭਾਵ ਕਲਟੀਵੇਸ਼ਨ ਦੇ ਵੀ ਜਿਹੜੇ ਮੈਥਡਸ ਨੇ ਉਹ ਪੁਰਾਣੇ ਨੇ। ਫਸਲਾਂ ਨੂੰ ਹੇਰ-ਫੇਰ ਨੂੰ ਠੀਕ ਤਰ੍ਹਾਂ ਨਾਲ ਅਮਲ ਵਿੱਚ ਨਹੀਂ ਲਿਆਇਆ ਜਾਂਦਾ। ਇਸੇ ਕਰਕੇ ਕੀ ਹੈ ਜਿਹੜਾ ਖੇਤੀ ਦਾ ਉਤਪਾਦਨ ਹੈ ਉਹ ਘੱਟ ਜਾਂਦਾ ਹੈ। ਨੈਕਸਟ ਹੈ ਸਾਡੇ ਕੋਲ ਉੱਨਤ ਬੀਜਾਂ ਦੀ ਕਮੀ। ਭਾਰਤ ਦੇ ਜਿਹੜੇ ਕਿਸਾਨ ਹੈ ਉਹ ਚੰਗੇ ਬੀਜਾਂ ਦਾ ਪ੍ਰਯੋਗ ਨਹੀਂ ਕਰ ਪਾਉਂਦੇ। ਇਹਦਾ ਕਾਰਨ ਇਹ ਹੈ ਕਿਉਂਕਿ ਉਹਨਾਂ ਨੂੰ ਇਹਨਾਂ ਬੀਜਾਂ ਦੀ ਇੰਪੋਰਟੈਂਸ ਦਾ ਹੀ ਨਹੀਂ ਪਤਾ। ਦੂਸਰਾ ਇਹ ਹੈ ਕਿ ਇਹਨਾਂ ਬੀਜਾਂ ਦੀ ਪੂਰਤੀ ਦੇ ਲਈ ਦੇਸ਼ 'ਚ ਕੋਈ ਉਚਿਤ ਪ੍ਰਬੰਧ ਵੀ ਨਹੀਂ ਕੀਤੇ ਗਏ। ਅਤੇ ਸਭ ਤੋਂ ਤੀਸਰੀ ਗੱਲ ਮੇਨ ਹੈ ਕਿ ਜਿਹੜੇ ਵਧੀਆ ਬੀਜ ਹੁੰਦੇ ਆ ਉਹ ਕਾਫੀ ਕੋਸਟਲੀ ਹੁੰਦੇ ਆ, ਮਹਿੰਗੇ ਹੁੰਦੇ ਆ ਅਤੇ ਭਾਰਤ ਦੇ ਜਿਹੜੇ ਕਿਸਾਨ ਹੈ ਉਹ ਗਰੀਬ ਹਨ, ਉਹ ਇਹਨਾਂ ਬੀਜਾਂ ਨੂੰ ਖਰੀਦ ਹੀ ਨਹੀਂ ਪਾਉਂਦੇ।
ਉਸ ਤੋਂ ਅਗਲਾ ਪੁਆਇੰਟ ਹੈ ਸਾਡੇ ਕੋਲ ਖਾਦ ਦੀ ਘਾਟ। ਅਗਰ ਅਸੀਂ ਵਧੀਆ ਖਾਦ ਦਾ ਉਪਯੋਗ ਕਰਾਂਗੇ ਤਾਂ ਸਾਡੇ ਉਤਪਾਦਨ ਵਿੱਚ ਵੀ ਉਨਾ ਹੀ ਵਾਧਾ ਹੋਏਗਾ। ਜਿਹੜੇ ਭਾਰਤੀ ਕਿਸਾਨ ਹੈ ਉਚਿਤ ਮਾਤਰਾ ਵਿੱਚ ਖਾਦ ਦਾ ਪ੍ਰਯੋਗ ਨਹੀਂ ਕਰਦੇ। ਗੋਬਰ ਦੀ ਖਾਦ ਜੋ ਕਿ ਲਾਭਦਾਇਕ ਤੇ ਸਸਤੀ ਹੈ, ਉਹਦਾ ਵੀ 60% ਹਿੱਸਾ ਹੈ ਜਿਹੜਾ ਜਲਾ ਦਿੱਤਾ ਜਾਂਦਾ ਹੈ। ਜਿਹੜੀ ਰਸਾਇਣਕ ਖਾਦ ਹੈ ਉਹ ਮਹਿੰਗੀ ਹੁੰਦੀ ਹੈ, ਸਾਨੂੰ ਬਾਹਰੋਂ ਮੰਗਵਾਉਣੀ ਪੈਂਦੀ ਹੈ, ਇਸੇ ਕਰਕੇ ਉਹਦੀ ਹਮੇਸ਼ਾ ਘਾਟ ਬਣੀ ਰਹਿੰਦੀ ਹੈ। ਨੈਕਸਟ ਪੁਆਇੰਟ ਹੈ ਸਾਡੇ ਕੋਲ ਦੋਸ਼ਪੂਰਨ ਖੇਤੀ ਵਿਕਰੀ ਪ੍ਰਥਾ। ਭਾਰਤ ਵਿੱਚ ਖੇਤੀ ਉਤਪਾਦਨ ਦੀ ਜਿਹੜੀ ਵਿਕਰੀ ਭਾਵ ਵੇਚਣ ਦੀ ਜਿਹੜੀ ਵਿਵਸਥਾ ਹੈ ਉਹ ਵੀ ਠੀਕ ਨਹੀਂ ਹੈ, ਜਿਸ ਕਰਕੇ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਉਚਿਤ ਮੁੱਲ ਨਹੀਂ ਮਿਲਦਾ। ਨਾ ਹੀ ਯਾਤਾਯਾਤ ਦੇ ਸਾਧਨ ਜਿਹੜੇ ਜ਼ਿਆਦਾ ਅੱਛੇ ਹੈਗੇ, ਇਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਪਿੰਡ ਦੇ ਸ਼ਾਹੂਕਾਰ ਨੂੰ ਹੀ ਵੇਚਣੀ ਪੈਂਦੀ ਹੈ, ਜੋ ਕਿ ਉਹਨਾਂ ਨੂੰ ਮੁੱਲ ਵੀ ਘੱਟ ਦਿੰਦਾ ਹੈ। ਗੋਦਾਮਾਂ ਦੀ ਵੀ ਕਮੀ ਹੁੰਦੀ ਹੈ ਅਤੇ ਕਿਸਾਨ ਫਟਾਫਟ ਫਸਲ ਕੱਟਣ ਤੋਂ ਬਾਅਦ ਉਸੇ ਵੇਲੇ ਵੇਚ ਦਿੰਦਾ ਹੈ, ਚਾਹੇ ਉਹਨੂੰ ਘੱਟ ਮੁੱਲ ਹੀ ਕਿਉਂ ਨਾ ਮਿਲਦਾ ਹੋਵੇ। ਨੈਕਸਟ ਪੁਆਇੰਟ ਹੈ ਸਾਡੇ ਕੋਲ ਫਸਲਾਂ ਦੀਆਂ ਬਿਮਾਰੀਆਂ। ਬਹੁਤ ਵਾਰੀ ਇੰਝ ਹੁੰਦਾ ਕਿ ਜਿਹੜੀਆਂ ਭਾਰਤ ਦੀਆਂ ਫਸਲਾਂ ਹੈਗੀਆਂ ਨੇ ਉਹ ਬਿਮਾਰੀਆਂ ਕਰਕੇ ਜਾਂ ਬਾਂਦਰਾਂ ਜਾਂ ਚੂਹਿਆਂ ਕਰਕੇ ਵੀ ਨਸ਼ਟ ਹੋ ਜਾਂਦੀਆਂ ਨੇ। ਟਿੱਡੇ ਜਾਂ ਟਿੱਡੀ ਦਾ ਦਲ ਆਪਾਂ ਸੁਣਦੇ ਹੀ ਹਾਂ, ਉਹ ਵੀ ਫਸਲਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ ਅਤੇ ਜਿਹੜਾ ਸਾਰਾ ਦਾ ਸਾਰਾ ਲੋਸ ਹੈ ਉਹ ਕਿਹਦਾ ਹੁੰਦਾ ਹੈ? ਕਿਸਾਨਾਂ ਦਾ ਹੁੰਦਾ ਹੈ, ਖੇਤੀ ਦਾ ਹੁੰਦਾ ਹੈ। ਨੈਕਸਟ ਹੈ ਸਾਡੇ ਕੋਲ ਸਾਖ ਸੁਵਿਧਾਵਾਂ ਦੀ ਕਮੀ। ਦੈਟ ਮੀਨਸ ਜਿਹੜੀ ਅਸੀਂ ਪੈਸਾ ਵਿਆਜ 'ਤੇ ਲੈਂਦੇ ਹਾਂ। ਭਾਰਤ ਦੇ ਗਰੀਬ ਕਿਸਾਨਾਂ ਨੂੰ ਹੁਣ ਵੀ ਕਰਜ਼ੇ ਪ੍ਰਾਪਤ ਕਰਨ ਦੇ ਲਈ ਬੜੀ ਮੁਸ਼ਕਿਲ ਆਉਂਦੀ ਹੈ। ਉਹਨਾਂ ਨੂੰ ਬੈਂਕਾਂ ਜਾਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਕਰਜ਼ਾ ਹੈ ਉਹ ਨਾ ਤਾਂ ਸਹੀ ਮਾਤਰਾ ਵਿੱਚ ਮਿਲਦਾ, ਨਾ ਹੀ ਸਹੀ ਸਮੇਂ 'ਤੇ ਮਿਲਦਾ ਹੈਗਾ। ਬਹੁਤ ਜ਼ਿਆਦਾ ਭਕਾਈ ਹੋਣ ਦੇ ਕਾਰਨ ਜਿਹੜੇ ਹੁੰਦੇ ਆ ਕਿਸਾਨ, ਉਹ ਮਹਾਜਨਾਂ ਜਾਂ ਸ਼ਾਹੂਕਾਰਾਂ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਜਿਹੜੇ ਵੱਡੇ ਵੱਡੇ ਆੜ੍ਹਤੀ ਹੈ ਉਹਨਾਂ ਦੇ ਕੋਲ ਜਾ ਕੇ ਉਹ ਪੈਸੇ ਉਧਾਰ ਲੈਂਦੇ ਨੇ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਹਾਈ ਰੇਟ ਆਫ ਇੰਟਰਸਟ ਦੇ ਉੱਪਰ ਪੈਸੇ ਦਿੰਦੇ ਹਨ, ਜਿਹਦੇ ਕਰਕੇ ਕੀ ਹੁੰਦਾ ਹੈ ਵੀ ਵਿਚਾਰੇ ਜਿਹੜੇ ਕਿਸਾਨ ਹੈ ਉਹ ਘੱਟ ਮੁੱਲ 'ਤੇ ਵੀ ਉਸੇ ਆੜ੍ਹਤੀ ਨੂੰ ਆਪਣੀ ਫਸਲ ਵੇਚਣ ਲਈ ਮਜਬੂਰ ਹੋ ਜਾਂਦੇ ਹਨ। ਅਤੇ ਨੈਕਸਟ ਪੁਆਇੰਟ ਹੈ ਸਾਡੇ ਕੋਲ ਕਮਜ਼ੋਰ ਪਸ਼ੂ। ਭਾਰਤੀ ਜਿਹੜੀ ਖੇਤੀ ਹੈ ਵਿੱਚ ਮਸ਼ੀਨਾਂ ਦੀ ਕਮੀ ਹੋਣ ਦੇ ਕਰਕੇ ਪਸ਼ੂਆਂ ਦਾ ਵਧੇਰੇ ਮਹੱਤਵ ਹੈ। ਪਸ਼ੂਆਂ ਤੋਂ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਹੈ, ਪਰ ਸਾਡੇ ਪਸ਼ੂ ਜਿਹੜੇ ਹੈ ਉਹ ਬੜੇ ਕਮਜ਼ੋਰ ਨੇ, ਮੁੱਲ ਦਰ ਵੀ ਬਹੁਤ ਜ਼ਿਆਦਾ ਹੈ। ਕਿਸਾਨਾਂ ਨੂੰ ਕਾਫੀ ਪਸ਼ੂ ਰੱਖਣੇ ਪੈਂਦੇ ਆ, ਇਹਦੇ ਨਾਲ ਉਹਨਾਂ ਨੂੰ ਪਸ਼ੂਆਂ ਦਾ ਖਰਚਾ ਵੀ ਝੱਲਣਾ ਪੈਂਦਾ ਹੈ ਅਤੇ ਉਹਨਾਂ ਨੂੰ ਪਾਲਣ ਦੇ ਵਿੱਚ ਵੀ ਬਹੁਤ ਖਰਚ ਹੋ ਜਾਂਦਾ ਹੈਗਾ ਏ, ਅਤੇ ਜਿਹਦੇ ਕਰਕੇ ਜਿਹੜੀ ਇਹ ਖੇਤੀ ਦੇ ਉਤਪਾਦਨ 'ਤੇ ਉਹਨਾਂ ਦੀ ਜਿਹੜੀ ਲਾਗਤ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸੇ ਕਰਕੇ ਪਿਆਰੇ ਬੱਚਿਓ, ਹੁਣ ਅਸੀਂ ਤਿੰਨੋਂ ਜਿਹੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ, ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਜਿਹੜੀ ਖੇਤੀ ਹੈਗੀ ਹੈ ਉਹਦਾ ਪਛੜਾਪਨ ਜਾਂ ਉਹਦਾ ਵਿਕਾਸ ਕਿਉਂ ਨਹੀਂ ਹੋਇਆ, ਉਹਦੇ ਲਈ ਇਹ ਤਿੰਨੋਂ ਕਾਰਨ ਹੀ ਜ਼ਿੰਮੇਵਾਰ ਹਨ: ਮਨੁੱਖੀ ਸਮੱਸਿਆਵਾਂ, ਸੰਸਥਾਗਤ ਸਮੱਸਿਆਵਾਂ ਅਤੇ ਤਕਨੀਕੀ ਸਮੱਸਿਆਵਾਂ। ਤਾਂ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਇਸ ਪਾਠ ਨੂੰ ਤੁਸੀਂ ਪੂਰੀ ਤਰ੍ਹਾਂ ਸਮਝ ਲਿਆ ਹੋਏਗਾ ਅਤੇ ਆਪਣੀ ਜਿਹੜੀ ਪਾਠ ਪੁਸਤਕ ਹੈ ਉਹਦੇ ਵਿੱਚ ਦਿੱਤੇ ਹੋਏ ਪ੍ਰਸ਼ਨਾਂ ਨੂੰ ਵੀ ਤੁਸੀਂ ਹੱਲ ਕਰ ਲਓਗੇ। ਬਹੁਤ ਬਹੁਤ ਧੰਨਵਾਦ ਬੱਚਿਓ।